ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਡਾਕਟਰ JS ਸੰਧੂ, ਸੰਧੂ ਹਸਪੀਟਲ ਨਵਾਂ ਸ਼ਹਿਰ ਤੋਂ। ਅੱਜ ਆਪਾਂ ਇਸ ਵੈਬੀਨਾਰ ਜਾਂ ਸੈਮੀਨਾਰ ਦੇ ਜ਼ਰੀਏ ਗੱਲ ਕਰਾਂਗੇ ਡਰੱਗ ਐਡਿਕਸ਼ਨ ਜਾਂ ਨਸ਼ਿਆਂ ਦੇ ਬਾਰੇ। ਇਸ ਸੈਮੀਨਾਰ ਨੂੰ ਐਕਚੁਅਲੀ 2 ਜਾਂ 3 ਪਾਰਟਸ 'ਚ ਬਣਾਇਆ ਜਾਏਗਾ। ਅੱਜ ਦੇ ਪਾਰਟ ਦੇ ਵਿੱਚ ਫਸਟ ਪਾਰਟ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਡਰੱਗਸ ਕੀ ਹੁੰਦੇ ਹਨ ਤੇ ਕਿਉਂ ਬੱਚੇ ਯੂਥ ਜਾਂ ਟੀਨੇਜਰਸ ਇਹਨਾਂ ਦਾ ਸ਼ਿਕਾਰ ਬਣ ਜਾਂਦੇ ਹਨ। ਨੈਕਸਟ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਡਰੱਗ ਐਡਿਕਸ਼ਨ ਦੇ ਜਾਂ ਨਸ਼ੇ ਲੈਣ ਦੇ ਨਾਲ ਆਪਣੇ ਤੇ ਕੀ ਨੁਕਸਾਨ ਹੋ ਸਕਦੇ ਹਨ। ਤੇ ਥਰਡ ਪਾਰਟ ਦੇ ਵਿੱਚ ਹੋਏਗੀ ਆਪਾਂ ਡਿਸਕਸ਼ਨ ਕਰਾਂਗੇ ਵੀ ਇਹਨਾਂ ਦੇ ਕੋਈ ਆਲਰੇਡੀ ਡਰੱਗਸ ਦੇ ਵਿੱਚ ਫਸਿਆ ਹੋਇਆ ਤਾਂ ਉਹਦੀ ਹੈਲਪ ਜਾਂ ਟ੍ਰੀਟਮੈਂਟ ਜਾਂ ਇਲਾਜ ਕਿਸ ਤਰ੍ਹਾਂ ਕੀਤਾ ਜਾ ਸਕਦਾ। ਸੋ ਕਮਿੰਗ ਟੂ ਟੂਡੇਜ਼ ਟੌਪਿਕ, ਅੱਜ ਦੇ ਸੈਮੀਨਾਰ 'ਚ ਆਪਾਂ ਗੱਲ ਕਰਾਂਗੇ ਅਬਾਊਟ 3 ਥਿੰਗਸ। ਪਹਿਲਾਂ ਵਟ ਆਰ ਡਰੱਗਸ, ਸੈਕਿੰਡ ਵਟ ਆਰ ਕਾਮਨ ਟਾਈਪਸ ਆਫ ਡਰੱਗਸ, ਇਹਨਾਂ ਦੇ ਕਾਮਨ ਨਸ਼ਿਆਂ ਦੇ ਕਿਸਮਾਂ ਕੀ ਹੁੰਦੀਆਂ ਹਨ, ਤੇ ਤੀਸਰਾ ਕਿਉਂ ਯੂਥ ਜਾਂ ਯੁਵਾ ਡਰੱਗਸ ਦੇ ਵਿੱਚ ਫਸ ਜਾਂਦੇ ਹਨ। ਸਭ ਤੋਂ ਪਹਿਲਾਂ ਡਰੱਗ ਕੋਈ ਵੀ ਐਸਾ ਕੈਮੀਕਲ ਪਦਾਰਥ, ਸਬਸਟੈਂਸ ਜਾਂ ਮੈਡੀਸਿਨ ਹੁੰਦੀ ਹੈ ਜਿਹੜੀ ਡਾਕਟਰ ਦੇ ਇਲਾਜ ਦੇ ਉਹਦੇ ਓਪੀਨੀਅਨ ਤੋਂ ਬਿਨਾਂ, ਮੈਡੀਕਲ ਰਾਏ ਤੋਂ ਬਿਨਾਂ ਲਿਆ ਜਾਵੇ ਜਾਂ ਐਕਸੈਸ ਮਾਤਰਾ 'ਚ ਜਾਂ ਗਲਤ ਢੰਗ ਨਾਲ ਲਿਆ ਜਾਵੇ ਤੇ ਸਰੀਰ ਉਹਦਾ ਯੂਜ਼ ਟੂ ਹੋ ਜਾਵੇ। ਨਸ਼ਿਆਂ ਦੀਆਂ ਕਈ ਟਾਈਪਸ ਹਨ, ਕਈ ਕਿਸਮਾਂ ਹਨ, ਜਿਸ ਤਰ੍ਹਾਂ ਓਪੀਏਟਸ ਜਾਂ ਓਪੀਓਇਡ, ਕੋਕੇਨ, ਕੈਨਾਬਿਸ, ਅਲਕੋਹਲ, ਟੋਬੈਕੋ, ਇਹ ਸਾਰੇ ਇਹਨਾਂ ਦੀਆਂ ਅਲੱਗ-ਅਲੱਗ ਕੈਟਾਗਰੀਜ਼ ਹੁੰਦੀਆਂ ਹਨ। ਸਭ ਤੋਂ ਪਹਿਲਾਂ ਓਪੀਏਟ ਜਾਂ ਓਪੀਓਇਡ ਨਸ਼ੇ ਕੀ ਹੁੰਦੇ ਹਨ। ਇਹਦੇ ਵਿੱਚ ਆਉਂਦੇ ਹਨ ਹੈਰੋਇਨ, ਜਿਹਨੂੰ ਚਿੱਟਾ ਕਿਹਾ ਜਾਂਦਾ ਹੈ, ਸਮੈਕ, ਓਪੀਅਮ ਯਾਨੀ ਅਫੀਮ, ਓਪੀਅਮ ਹਸਕ ਯਾਨੀ ਭੁੱਕੀ ਪੱਤੇ, ਕਈ ਕੈਪਸੂਲ, ਇੰਜੈਕਸ਼ਨਸ ਤੇ ਕਈ ਖਾਂਸੀ ਵਾਲੇ ਸਿਰਪ ਇਸ ਕੈਟਾਗਰੀ 'ਚ ਆਉਂਦੇ ਹਨ। ਇਹ ਸਾਰੇ ਨਸ਼ਿਆਂ ਨੂੰ ਇੱਕ ਕੈਟਾਗਰੀ 'ਚ ਇਸ ਲਈ ਲਿਆ ਜਾਂਦਾ ਹੈ ਕਿਉਂਕਿ ਇਹ ਸਰੀਰ ਦੇ ਸੇਮ ਸੈਲਸ ਦੇ ਸੇਮ ਰਿਸੈਪਟਰਸ ਦੇ ਉੱਪਰ ਅਸਰ ਕਰਦੇ ਹਨ। ਇਹਨਾਂ ਦਾ ਇੱਕੋ ਜਿਹਾ ਪ੍ਰਭਾਵ ਹੁੰਦਾ, ਸਿਰਫ ਇਹਨਾਂ ਦੀ ਪੋਟੈਂਸੀ ਡਿਫਰੈਂਟ ਹੈ, ਕੋਈ ਜ਼ਿਆਦਾ ਸਟਰੋਂਗ ਹੈ ਤੇ ਕੋਈ ਇਹਨਾਂ 'ਚੋਂ ਘੱਟ। These are rampant in our area and the whole of ਪੰਜਾਬ, ਯਾਨੀ ਇਹ ਸਭ ਤੋਂ, ਜੇ ਪੰਜਾਬ ਦੇ ਯੂਥ ਨੂੰ, ਯੁਵਾ ਪੀੜ੍ਹੀ ਨੂੰ ਕਿਸੇ ਨੇ ਨਸ਼ਟ ਕੀਤਾ ਜਾਂ ਖਰਾਬ ਕੀਤਾ ਤਾਂ ਉਹ ਓਪੀਏਟ ਨਸ਼ੇ ਹਨ। ਓਪੀਅਮ ਦੇ ਬਾਰੇ ਕਿਹਾ ਜਾਂਦਾ ਹੈ ਕਿ 90% ਜਿਹੜੀ ਵਰਲਡ ਦੀ ਓਪੀਅਮ ਹੈ ਉਹ ਅਫਗਾਨਿਸਤਾਨ 'ਚ ਬਣਦੀ ਹੈ, ਉਧਰੋਂ ਪਾਕਿਸਤਾਨ ਦੇ ਜ਼ਰੀਆ ਇੰਡੀਆ ਨੂੰ ਸਪਲਾਈ ਕੀਤੀ ਜਾਂਦੀ ਹੈ ਤੇ ਪੰਜਾਬ ਇਹਦਾ ਇੱਕ ਵੱਡਾ ਟਾਰਗੇਟ ਹੈ। ਹੈਰੋਇਨ ਜਿਹੜੀ ਚਿੱਟਾ ਹੁੰਦੀ ਹੈ, ਇਟ ਇਜ਼ ਵਨ ਆਫ ਦੀ ਮੋਸਟ ਐਡਿਕਟਿੰਗ ਐਂਡ ਵਨ ਆਫ ਦੀ ਮੋਸਟ ਹਾਰਮਫੁਲ ਡਰੱਗਸ ਇਨ ਦੀ ਵਰਲਡ। ਇਹਦੇ ਬਾਰੇ 2-3 ਚੀਜ਼ਾਂ ਜਾਣਨੀਆਂ ਜ਼ਰੂਰੀ ਹਨ। ਜਿਹੜਾ ਚਿੱਟਾ ਹੈ ਜਾਂ ਹੈਰੋਇਨ ਹੈ, ਉਹ ਪੂਰੀ ਦੁਨੀਆ ਦੇ ਨਸ਼ਿਆਂ 'ਚੋਂ ਸਾਰਿਆਂ ਨਾਲੋਂ ਮਹਿੰਗੇ ਨਸ਼ਿਆਂ 'ਚੋਂ, ਸਾਰਿਆਂ ਨਾਲੋਂ ਜ਼ਿਆਦਾ ਨੁਕਸਾਨ ਕਰਨ ਵਾਲੇ ਨਸ਼ਿਆਂ 'ਚੋਂ, ਸਾਰਿਆਂ ਨਾਲੋਂ ਜਲਦੀ ਆਦਤ ਪਾਉਣ ਵਾਲਿਆਂ 'ਚੋਂ ਅਤੇ ਸਾਰਿਆਂ ਨਾਲੋਂ ਵੱਧ ਤੋੜ ਲਾਉਣ ਵਾਲੇ ਨਸ਼ਿਆਂ 'ਚੋਂ ਹੁੰਦਾ ਹੈ। ਐਂਡ ਇਟ ਇਜ਼ ਦੀ ਵਨ ਵਿਚ ਇਜ਼ ਡਿਸਟਰੋਇੰਗ ਦੀ ਯੂਥ ਆਫ ਪੰਜਾਬ। ਦੇਖਣ ਵਿੱਚ ਚਿੱਟਾ ਜਿਹੜਾ ਹੈ ਹੈਰੋਇਨ, ਇਟ ਇਜ਼ ਅ ਵਾਈਟ ਪਾਊਡਰ, ਸਫੈਦ ਰੰਗ ਦਾ, ਚਿੱਟੇ ਰੰਗ ਦਾ ਪਾਊਡਰ ਹੁੰਦਾ, ਇਸ ਲਈ ਇਹਨੂੰ ਚਿੱਟਾ ਕਿਹਾ ਜਾਂਦਾ ਆਮ ਭਾਸ਼ਾ ਦੇ ਵਿੱਚ। ਜਿਹੜੇ ਡਰੱਗ ਪੈਡਲਰਸ ਹਨ, ਨਸ਼ਾ ਵੇਚਣ ਵਾਲੇ ਹਨ, ਉਹ ਹੈਰੋਇਨ ਦੇ ਲਈ ਮੇਨਲੀ ਟੀਨੇਜਰਸ ਜਾਂ ਯੰਗ ਬੱਚਿਆਂ ਨੂੰ ਟਾਰਗੇਟ ਕਰਦੇ ਹਨ। ਇੱਕ ਵਾਰੀ ਉਹ ਨਸ਼ਾ ਲੈਣ ਲੱਗ ਜਾਣ, ਹੈਰੋਇਨ ਲੈਣ ਲੱਗ ਜਾਣ ਤਾਂ ਪੂਰਾ ਦਿਨ ਇਹਦੇ ਵਿੱਚ ਉਹਨਾਂ ਦਾ ਲੰਘ ਜਾਂਦਾ ਹੈ। ਉਹਨਾਂ ਦਾ ਬਾਕੀ ਦਾ ਜੀਵਨ, ਪੜ੍ਹਾਈ ਲਿਖਾਈ, ਉਹਨਾਂ ਦਾ ਕੈਰੀਅਰ, ਸਾਰਾ ਕੁਝ ਨਸ਼ਟ ਹੋ ਜਾਂਦਾ ਹੈ। ਨੈਕਸਟ ਓਪੀਏਟਸ ਤੋਂ, ਹੈਰੋਇਨ ਤੋਂ ਨੈਕਸਟ ਆਉਂਦਾ ਹੈ ਸਮੈਕ। ਸਮੈਕ ਹਲਕਾ ਜਿਹਾ ਹੈਰੋਇਨ ਨਾਲੋਂ ਘੱਟ, ਚਿੱਟੇ ਨਾਲੋਂ ਘੱਟ ਤੇਜ਼ ਹੁੰਦਾ ਹੈ। ਇਟ ਇਜ਼ ਸਲਾਈਟਲੀ ਲੈਸ ਐਡਿਕਟਿੰਗ। ਅੱਜ ਤੋਂ 10-12 ਸਾਲ ਪਹਿਲਾਂ ਪੰਜਾਬ 'ਚ ਕਾਮਨ ਸੀ, ਪਰ ਹੁਣ ਹੈਰੋਇਨ ਇੰਨਾ ਕਾਮਨ ਹੋ ਗਿਆ ਕਿ ਉਹਦੇ ਨਾਲ ਸਮੈਕ ਹੈਜ਼ ਬੀਨ ਰਿਪਲੇਸਡ। ਅਫੀਮ, ਭੁੱਕੀ ਪੱਤੇ, ਇਹ 올ਡ ਏਜ ਜਾਂ ਮਿਡਲ ਏਜ ਪੇਸ਼ੈਂਟਸ ਦੇ ਵਿੱਚ ਹੀ ਦੇਖਿਆ ਜਾਂਦਾ, ਯੂਥ ਦੇ ਵਿੱਚ ਘੱਟ ਕਾਮਨ ਹਨ। ਇਸ ਤੋਂ ਨੈਕਸਟ ਕੁਝ ਕੈਪਸੂਲ, ਮੈਡੀਸਿਨ, ਸਿਰਪ ਜਿਹੜੇ ਹਨ ਉਹ ਟ੍ਰੀਟਮੈਂਟ ਦੇ ਲਈ, ਬਿਮਾਰੀਆਂ ਦੇ ਲਈ ਬਣੇ ਸੀ, ਪਰ ਇਹਨਾਂ ਨੂੰ ਵੀ ਗਲਤ ਮਾਤਰਾ 'ਚ ਨਸ਼ੇ ਦੇ ਤੌਰ ਤੇ ਲਿਆ ਜਾਂਦਾ ਹੈ। ਐਂਡ ਥੀਸ ਆਰ ਆਲਸੋ ਓਪੀਏਟ, ਉਸੇ ਕੈਟਾਗਰੀ 'ਚ ਆਉਂਦੇ ਹਨ। ਦੂਸਰੀ ਕੈਟਾਗਰੀ ਜਾਂ ਦੂਸਰੀ ਸ਼੍ਰੇਣੀ ਜਿਹੜੀ ਹੁੰਦੀ ਆ ਉਹ ਹੁੰਦੀ ਹੈ ਕੋਕੇਨ। ਕੋਕੇਨ ਵੀ ਦੇਖਣ ਨੂੰ ਹੈਰੋਇਨ ਦੀ ਤਰ੍ਹਾਂ ਵਾਈਟ ਪਾਊਡਰ ਹੁੰਦਾ, ਬਟ ਇਹਦਾ ਇਫੈਕਟ ਹੁੰਦਾ ਉਹ ਡਿਫਰੈਂਟ ਹੁੰਦਾ। ਇਟ ਇਜ਼ ਆਲਸੋ ਇਨਹੇਲਡ, ਸਨੋਟਡ ਲਾਈਕ ਹੈਰੋਇਨ, ਉਸੇ ਤਰ੍ਹਾਂ ਨੱਕ ਪੰਨੀ ਦੇ ਨਾਲ ਜਾਂ ਨੱਕ ਦੇ ਜ਼ਰੀਏ ਇਹਨੂੰ ਸਾਹ ਰਾਹੀਂ ਲਿਆ ਜਾਂਦਾ ਹੈ। ਕ੍ਰੈਕ ਕੋਕੇਨ ਉਹਦੀ ਇੱਕ ਲੈਸ ਕਾਸਟਲੀ ਫਾਰਮ ਹੁੰਦੀ ਹੈ। ਕੋਕੇਨ ਇਜ਼ ਅਗੇਨ ਅ ਵੈਰੀ ਕਾਸਟਲੀ ਡਰੱਗ ਲਾਈਕ ਹੈਰੋਇਨ, ਬਹੁਤ ਮਹਿੰਗਾ ਤੇ ਨੁਕਸਾਨਦਾਇਕ ਨਸ਼ਾ ਹੁੰਦਾ ਹੈ। ਨੈਕਸਟ ਆਉਂਦਾ ਹੈ ਕੈਨਾਬਿਸ, ਜਿਹਨੂੰ ਆਮ ਭਾਸ਼ਾ 'ਚ ਭੰਗ, ਹਸ਼ੀਸ਼, ਚਰਸ ਜਾਂ ਗਾਂਜਾ ਕਿਹਾ ਜਾਂਦਾ ਹੈ। ਵੈਸਟਰਨ ਕੰਟਰੀਜ਼ ਇਟ ਇਜ਼ ਨੋਨ ਐਜ਼ ਮੈਰੀਜੁਆਨਾ। ਲੋ ਕਾਸਟ, ਆਮ ਤੌਰ ਤੇ ਇੱਧਰ ਇਹ ਸਸਤਾ ਨਸ਼ਾ ਮੰਨਿਆ ਜਾਂਦਾ ਹੈ। ਇਹਨੂੰ ਸਿੰਗਲ ਟਾਈਮ ਲੈਣ ਦੇ ਨਾਲ ਵੀ ਕਈ ਲੋਕਾਂ ਦੇ ਬ੍ਰੇਨ ਦੇ ਸੈਲਸ ਅਪਸੈਟ ਹੋ ਜਾਂਦੇ ਹਨ, ਉਹਨੂੰ ਸਾਈਕੋਸਿਸ ਕਿਹਾ ਜਾਂਦਾ ਹੈ। ਸਿੰਗਲ ਟਾਈਮ ਭੰਗ ਲੈਣ ਦੇ ਨਾਲ ਕਈਆਂ ਦੇ ਬ੍ਰੇਨ ਦੇ ਉੱਤੇ ਇਫੈਕਟ ਪੈ ਜਾਂਦਾ ਹੈ ਤੇ ਉਹ ਮੈਂਟਲੀ ਅਪਸੈਟ ਵਰਗੀ ਕੰਡੀਸ਼ਨ ਦੇ ਵਿੱਚ ਹਸਪੀਟਲਸ ਸਾਡੇ ਕੋਲ ਆਉਂਦੇ ਹਨ। ਸਮੋਕਿੰਗ, ਜਿਹਨੂੰ ਜਾਂ ਇਹਨੂੰ ਸਮੋਕ ਕੀਤਾ ਜਾਂਦਾ ਸਿਗਰਟ ਦੇ ਵਿੱਚ ਭਰ ਕੇ ਜਾਂ ਖਾਣ ਪੀਣ ਵਾਲਿਆਂ ਦੇ ਵਿੱਚ ਚੀਜ਼ਾਂ ਦੇ ਵਿੱਚ ਮਿਕਸ ਕਰਕੇ ਲਿਆ ਜਾਂਦਾ ਹੈ। ਅਲਕੋਹਲ ਜਾਂ ਸ਼ਰਾਬ ਜਿਹੜੀ ਹੈ, that is another common substance abused in Punjab. It is exceedingly common in Punjab. ਪੰਜਾਬ ਦੇ ਕਿਸੇ ਵੀ ਹਸਪੀਟਲ ਦੇ ਵਿੱਚ ਜਾਓ, you will find many people who are severely affected of alcoholic liver disease, ਜਿਨ੍ਹਾਂ ਦਾ ਸ਼ਰਾਬ ਦੇ ਕਾਰਨ ਲਿਵਰ ਖਰਾਬ ਹੋਇਆ, ਹਾਰਟ ਦੀਆਂ ਬਿਮਾਰੀਆਂ ਹੋਈਆਂ ਹਨ। ਇਹਦੇ ਬਾਰੇ ਕੁਝ ਕਾਮਨ ਗਲਤ ਧਾਰਨਾਵਾਂ। ਸਭ ਤੋਂ ਪਹਿਲਾਂ
ਕਈ ਲੋਕ ਕਹਿੰਦੇ ਹਨ ਕਿ ਹਾਰਟ ਲਈ ਚੰਗੀ ਹੁੰਦੀ ਹੈ। ਇਹ ਕਾਮਨ ਗਲਤ ਧਾਰਨਾ ਹੈ। ਹਾਰਟ ਦੇ ਲਈ ਜਿਹੜਾ ਉਹਦਾ ਨੁਕਸਾਨ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ। ਜਿਹੜੇ ਲੋਕ ਐਡਿਕਟਡ ਹੋ ਜਾਂਦੇ ਹਨ, ਡੇਲੀ ਲੈਂਦੇ ਹਨ, ਜ਼ਿਆਦਾ ਸ਼ਰਾਬ ਪੀਂਦੇ ਹਨ, ਉਹਨਾਂ ਦੇ ਵਿੱਚ ਹਾਰਟ ਡਿਜ਼ੀਜ਼ਸ ਜ਼ਿਆਦਾ ਕਾਮਨਲੀ ਪਾਈਆਂ ਜਾਂਦੀਆਂ। ਇਨਫੈਕਟ ਪੰਜਾਬ ਦੇ ਕਿਸੇ ਵੀ ਹਾਰਟ ਦੇ ਹਸਪੀਟਲ ਜਾਓਗੇ ਤਾਂ ਉੱਥੇ ਬਹੁਤ ਸਾਰੇ ਪੇਸ਼ੈਂਟਸ ਮਿਲਦੇ ਹਨ ਜਿਨ੍ਹਾਂ ਦਾ ਹਾਰਟ ਡਿਜ਼ੀਜ਼ ਦਾ ਮੇਨ ਕਾਰਨ ਹੀ ਸ਼ਰਾਬ ਦਾ ਐਕਸੈਸ ਇਨਟੇਕ ਹੁੰਦਾ ਹੈ। ਸੈਕੰਡ ਇਦਾਂ ਗਲਤ ਧਾਰਨਾ ਹੈ ਇਟ ਇਜ਼ ਐਂਟੀ ਡਿਪਰੈਸੈਂਟ, ਯਾਨੀ ਇਹ ਡਿਪਰੈਸ਼ਨ, ਟੈਨਸ਼ਨ, ਇਸ ਤਰ੍ਹਾਂ ਦੀ ਮਾਨਸਿਕ ਬਿਮਾਰੀਆਂ ਤੋਂ ਬਚਾਉਂਦੀ ਹੈ। ਇਹ ਬਿਲਕੁਲ ਗਲਤ ਹੈ। ਜਿੰਨੇ ਇੰਟਰਨੈਸ਼ਨਲ ਸਟੈਟਿਸਟਿਕਸ ਹਨ, ਜੋ ਅੰਤਰਰਾਸ਼ਟਰੀ ਅੰਕੜੇ ਹਨ, ਉਹਨਾਂ ਤੋਂ ਇਹ ਪਤਾ ਚੱਲਦਾ ਹੈ ਕਿ ਜਿਹੜੇ ਲੋਕ ਸ਼ਰਾਬ ਪੀਂਦੇ ਹਨ ਉਹਨਾਂ ਦੇ ਵਿੱਚ ਡਿਪਰੈਸ਼ਨ, ਟੈਨਸ਼ਨ, ਇਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਚਾਂਸ ਉਹਨਾਂ ਲੋਕਾਂ ਨਾਲੋਂ ਜ਼ਿਆਦਾ ਹਨ ਜਿਹੜੇ ਸ਼ਰਾਬ ਨਹੀਂ ਪੀਂਦੇ। ਸੋ ਸ਼ਰਾਬ ਇਨਸਾਨ ਨੂੰ ਡਿਪਰੈਸ਼ਨ, ਐਂਜ਼ਾਈਟੀ, ਟੈਨਸ਼ਨ, ਇਹਨਾਂ ਬਿਮਾਰੀਆਂ ਵੱਲ ਨੂੰ ਲੈ ਕੇ ਜਾਂਦੀ ਹੈ। ਦੈਨ ਇਟ ਇਜ਼ ਰੋਂਗਲੀ ਫੈਂਸੀਡ ਇਨ ਮੂਵੀਜ਼, ਮੀਡੀਆ ਦੇ ਵਿੱਚ ਗਲਤ ਢੰਗ ਨਾਲ ਦਿਖਾਇਆ ਜਾਂਦਾ ਹੈ। ਡਰਿੰਕਿੰਗ ਪਲਸ ਡਰਾਈਵਿੰਗ ਲੀਡਸ ਟੂ ਡੈਥ, ਆਪਾਂ ਸਾਰੇ ਜਾਣਦੇ ਹਾਂ। ਨਾਓ ਵਟ ਇਜ਼ ਲੀਗਲ ਏਜ ਆਫ ਡਰਿੰਕਿੰਗ ਇਨ ਪੰਜਾਬ? ਇਹਦੇ ਬਾਰੇ ਕਾਮਨ ਮੈਂ ਕਈ ਸਕੂਲ ਕਾਲਜਿਸ 'ਚ ਅਸੀਂ ਸੈਮੀਨਾਰ ਕਰਦੇ ਹਾਂ, ਉੱਥੇ ਜੇ ਟੀਚਰਸ ਨੂੰ ਵੀ ਪੁੱਛੀਏ, ਸਟੂਡੈਂਟਸ ਨੂੰ ਪੁੱਛੀਏ ਤਾਂ ਕਾਮਨਲੀ ਇਹਦੇ ਬਾਰੇ ਨਹੀਂ ਪਤਾ ਹੁੰਦਾ। ਮੋਸਟਲੀ ਪੀਪਲ ਥਿੰਕ ਕਿ 18 ਸਾਲ ਤੋਂ ਉੱਪਰ ਜਿਹੜਾ ਹੈ ਕਾਨੂੰਨੀ ਤੌਰ ਤੇ ਇਨਸਾਨ ਸ਼ਰਾਬ ਪੀ ਸਕਦਾ ਹੈ, ਬਟ ਇਟ ਇਜ਼ ਰੋਂਗ। ਲੀਗਲ ਏਜ ਆਫ ਡਰਿੰਕਿੰਗ ਇਨ ਪੰਜਾਬ ਇਜ਼ 24 years, ਵਿਚ ਮੀਨ 24 ਸਾਲ ਤੋਂ ਘੱਟ ਦੀ ਉਮਰ ਦੇ ਕਿਸੇ ਨੂੰ ਵੀ ਸ਼ਰਾਬ ਵੇਚਣੀ, ਦੇਣੀ ਜਾਂ ਉਹਦੀ ਪੀਣੀ ਇਲੀਗਲ ਹੈ, ਇੱਕ ਕਾਨੂੰਨੀ ਜੁਰਮ ਹੈ। ਟੋਬਾਕੂ ਨੈਕਸਟ ਆਉਂਦਾ ਹੈ, ਜਿਹਨੂੰ ਕਿਹਾ ਜਾਂਦਾ ਹੈ ਨਿਕੋਟੀਨ ਜਾਂ ਟੋਬੈਕੋ। ਇਹ ਇੱਕ ਇਸੇ ਤਰ੍ਹਾਂ ਦੀ ਡਰੱਗ ਦੀ ਫਾਰਮ ਹੁੰਦੀ ਹੈ। ਪਲਾਂਟ ਹੁੰਦਾ, ਇੱਕ ਪੌਦਾ ਹੁੰਦਾ ਨਿਕੋਟੀਆਨਾ, ਜਿਹਦੇ ਪੱਤਿਆਂ ਤੋਂ ਇਹਨੂੰ ਬਣਾਇਆ ਜਾਂਦਾ ਹੈ। ਦੋ ਤਰੀਕੇ ਇਹਨੂੰ ਲਿਆ ਜਾਂਦਾ ਹੈ, ਇੱਕ ਓਰਲ ਟੋਬੈਕੋ ਤੇ ਇੱਕ ਇਨਹੇਲੇਸ਼ਨਲ। ਇਨਹੇਲੇਸ਼ਨਲ ਦਾ ਮਤਲਬ ਹੁੰਦਾ ਸਾਹ ਜ਼ਰੀਏ ਲੈਣਾ। ਓਰਲ ਟੋਬੈਕੋ ਚੂਇੰਗ ਦੇ ਵਿੱਚ ਆਉਂਦਾ ਹੈ ਖਾਣ ਵਾਲਾ ਜਾਂ ਚਬਾਉਣ ਵਾਲਾ ਟੋਬੈਕੋ, ਤੇ ਕਾਮਨ ਹੈ ਕੂਲ ਲਿਪ, ਖੈਨੀ ਚੈਨੀ, ਗੁਟਕਾ। ਜਿੰਨੇ ਸਾਡੇ ਕੋਲ ਪੇਸ਼ੈਂਟਸ ਨਸ਼ਾ ਛੁਡਾਉਣ ਆਉਂਦੇ ਹਨ, ਡੀ ਐਡਿਕਸ਼ਨ ਲਈ ਆਉਂਦੇ ਹਨ, ਸਪੈਸ਼ਲੀ ਯੰਗਸਟਰਸ ਜਿਹੜੇ ਹੈਰੋਇਨ ਦੇ ਐਡਿਕਟਸ ਹੁੰਦੇ ਹਨ, ਉਹਨਾਂ 'ਚ ਆਈ ਵੁੱਡ ਸੇ ਆਲਮੋਸਟ 100% ਜਿਹੜੇ ਹਨ ਸਾਰੇ ਦੇ ਸਾਰੇ ਨਾਲ ਟੋਬਾਕੂ, ਮੇਨਲੀ ਕੂਲ ਲਿਪ, ਗੁਟਕਾ, ਖੈਨੀ ਚੈਨੀ, ਇਹ ਲੈ ਰਹੇ ਹੁੰਦੇ ਹਨ। ਐਂਡ ਅਨਫੋਰਚੂਨੇਟਲੀ ਜਿਹੜਾ ਚਬਾਉਣ ਵਾਲੇ ਤੰਬਾਕੂ ਹੈ, ਇਹ ਸਾਰੀਆਂ ਚੀਜ਼ਾਂ ਪੰਜਾਬ ਦੇ ਵਿੱਚ ਬਹੁਤ ਸਾਲ ਪਹਿਲਾਂ ਤੋਂ ਬੈਨ ਕਰ ਦਿੱਤੀਆਂ ਗਈਆਂ ਸੀ। ਇਲੀਗਲ ਹੈ ਪਰ ਹਲੇ ਵੀ ਈਜ਼ੀਲੀ ਹਰ ਥਾਂ ਤੇ ਪੰਜਾਬ ਦੇ ਵਿੱਚ ਅਵੇਲੇਬਲ ਹੈ। ਨੈਕਸਟ ਇਨਹੇਲੇਸ਼ਨਲ ਟੋਬੈਕੋ ਆਉਂਦੇ ਹਨ, ਯਾਨੀ ਸਾਹ ਰਾਹੀਂ ਲੈਣ ਵਾਲੇ, ਜਿਹਦੇ ਵਿੱਚ ਸਿਗਰਟ, ਬੀੜੀ, ਸਿਗਾਰ, ਹੁੱਕਾ, ਇਹ ਸਾਰੇ ਆਉਂਦੇ ਹਨ। ਜਿਹੜੇ ਚਬਾਉਣ ਵਾਲੇ ਤੰਬਾਕੂ ਦੀਆਂ ਫਾਰਮਸ ਹਨ, ਉਹਨਾਂ ਵਿੱਚ ਤੇ ਸਿਗਰਟ, ਬੀੜੀ ਦੇ ਵਿੱਚ ਸੇਮ ਹੀ ਕੈਮੀਕਲ ਹੁੰਦਾ ਹੈ। ਜਿਹੜਾ ਨਿਕੋਟੀਨ ਕੈਮੀਕਲ ਹੈ ਉਹਨਾਂ ਦੇ ਅੰਦਰ ਸੇਮ ਹੀ ਹੁੰਦਾ, ਉਹੀ ਉਹਨਾਂ ਦੇ ਨੁਕਸਾਨ ਹੁੰਦੇ ਹਨ। ਸਿਗਰਟ, ਬੀੜੀ ਬਾਰੇ ਇੱਕ ਦੋ ਚੀਜ਼ਾਂ ਇੰਪੋਰਟੈਂਟ। ਜਦੋਂ ਕੋਈ ਇਨਸਾਨ ਸਮੋਕ ਕਰਦਾ ਹੈ ਤਾਂ ਜਿਹੜਾ ਉਹ ਸਿਗਰਟ ਦਾ ਜਾਂ ਬੀੜੀ ਦਾ ਜਾਂ ਹੁੱਕੇ ਦਾ ਕਸ਼ ਲੈਂਦਾ ਹੈ ਜਾਂ ਸਮੋਕ ਲੈਂਦਾ ਹੈ, ਉਹਦੇ ਵਿੱਚ ਐਟਲੀਸਟ 4000 ਡਿਫਰੈਂਟ ਤਰ੍ਹਾਂ ਦੇ ਕੈਮੀਕਲਸ ਹੁੰਦੇ ਹਨ, ਜਿਨ੍ਹਾਂ ਚੋਂ ਘੱਟੋ ਘੱਟ 200 ਜ਼ਹਿਰੀਲੇ ਜਾਂ ਪੋਇਜ਼ਨਸ ਹੁੰਦੇ ਹਨ, ਅਤੇ 50-60 ਕੈਮੀਕਲ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਕਾਰਸੀਨੋਜੈਨਿਕ ਕਹਿੰਦੇ ਹਾਂ। ਕਾਰਸੀਨੋਜੈਨਿਕ ਦਾ ਮਤਲਬ ਹੁੰਦਾ ਹੈ ਕੈਂਸਰ ਕਰਨ ਵਾਲੇ। ਸੋ ਜਦੋਂ ਕੋਈ ਵੀ ਬੰਦਾ ਸਮੋਕ ਕਰ ਰਿਹਾ ਤਾਂ ਇੰਨੇ ਸਾਰੇ ਹਾਰਮਫੁਲ ਕੈਮੀਕਲਸ ਉਹਨਾਂ ਦੇ ਸਰੀਰ ਦੇ ਅੰਦਰ ਜਾ ਰਹੇ ਹੁੰਦੇ ਹਨ। ਜੇ ਸਿਰਫ ਆਪਾਂ ਬਾਕੀ ਨਸ਼ਿਆਂ ਨੂੰ ਛੱਡ ਕੇ ਤੰਬਾਕੂ ਦੇ ਅੰਕੜੇ ਦੇਖੀਏ ਤਾਂ ਹਰ ਸਾਲ 5-6 ਮਿਲੀਅਨ ਲੋਕ, ਯਾਨੀ 50-60 ਲੱਖ ਲੋਕ ਜਿਹੜੇ ਹਨ ਉਹ ਆਪਣੀ ਜਾਨ ਗਵਾ ਬੈਂਦੇ ਹਨ ਤੰਬਾਕੂ ਕਰਕੇ, ਚਾਹੇ ਉਹ ਸਿਗਰਟ, ਬੀੜੀ ਦੀ ਫਾਰਮ 'ਚ ਹੋਵੇ ਤੇ ਜਾਂ ਚਬਾਉਣ ਵਾਲੇ ਤੰਬਾਕੂ ਦੀ ਫਾਰਮ 'ਚ। ਐਂਡ ਇਟ ਕਮਸ ਆਊਟ ਟੂ ਬੀ ਨੀਅਰਲੀ 15,000 ਡੈਥਸ ਅ ਡੇ। ਐਂਡ ਹਰ 5-6 ਸਕਿੰਟ ਬਾਅਦ ਕਹਿ ਲਓ ਇੱਕ ਇਨਸਾਨ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਦਾ ਹੈ ਤੰਬਾਕੂ ਦੇ ਕਾਰਨ। ਇਸੇ ਤਰ੍ਹਾਂ ਕਈ ਹੋਰ ਪੇਂਟ ਦੇ ਥਿਨਰਸ ਹੁੰਦੇ ਹਨ, ਕੈਮੀਕਲਸ ਹੁੰਦੇ ਹਨ ਜਿਨ੍ਹਾਂ ਨੂੰ ਨਸ਼ਿਆਂ ਦੇ ਤੌਰ ਤੇ ਲਿਆ ਜਾਂਦਾ ਹੈ। ਕਈ ਨੀਂਦ ਵਾਲੀਆਂ ਮੈਡੀਸਿਨਸ ਹਨ, ਸਲੀਪਿੰਗ ਪਿਲਸ, ਜਿਨ੍ਹਾਂ ਨੂੰ ਬਿਮਾਰੀਆਂ ਦੇ ਇਲਾਜ ਦੇ ਲਈ ਬਣਿਆ ਸੀ, ਡਿਪਰੈਸ਼ਨ, ਟੈਨਸ਼ਨ, ਐਂਜ਼ਾਈਟੀ ਆਦਿ ਲਈ, ਪਰ ਉਹਨਾਂ ਨੂੰ ਵੀ ਵੱਧ ਮਾਤਰਾ 'ਚ ਜਾਂ ਗਲਤ ਢੰਗ ਨਾਲ ਨਸ਼ੇ ਦੇ ਤੌਰ ਤੇ ਕਈ ਲੋਕ ਮਿਸਯੂਜ਼ ਕਰਦੇ ਹਨ। ਇਸੇ ਤਰ੍ਹਾਂ GHB ਹੋ ਗਿਆ, ਆਈਸ ਹੋ ਗਈ, ਮੈਥ ਹੋ ਗਈ, ਐਕਸਟੈਸੀ, ਇਹ ਸਾਰੇ ਕਈ ਨਵੇਂ ਡਰੱਗਸ ਹਨ ਜਿਹੜੇ ਕਿ ਜ਼ਿਆਦਾਤਰ ਡਾਂਸ ਪਾਰਟੀਜ਼, ਰੇਵ ਪਾਰਟੀਜ਼ ਦੇ ਵਿੱਚ, ਕਲੱਬਸ ਦੇ ਵਿੱਚ ਕਾਮਨ ਹਨ। ਇਹਨਾਂ ਤੋਂ ਖਾਸ ਕਰ ਯੂਥ, ਯੰਗ ਬੱਚਿਆਂ ਨੂੰ ਬਚ ਕੇ ਰਹਿਣ ਦੀ ਲੋੜ ਹੈ ਕਿ ਤੁਸੀਂ ਕਿਤੇ ਵੀ ਪਾਰਟੀ ਤੇ ਜਾਂਦੇ ਹੋ, ਖਾਸ ਕਰ ਕੋਈ ਕਲੱਬ ਹੈ ਜਾਂ ਡਾਂਸ ਪਾਰਟੀ ਹੈ, ਉੱਥੇ ਕਿਸੇ ਤੋਂ ਵੀ ਅਣਪਛਾਤੇ ਇਨਸਾਨ ਤੋਂ ਕਿਸੇ ਤੋਂ ਕੋਈ ਵੀ ਚੀਜ਼ ਖਾਣੀ ਪੀਣ ਵਾਲੀ ਨਹੀਂ ਲੈਣੀ। ਇਹ ਸਾਰੇ ਡਰੱਗਸ ਕਈ ਵਾਰੀ ਖਾਸ ਕਰ ਲੜਕੀਆਂ ਨੂੰ ਬਿਨਾਂ ਦੱਸਿਆਂ ਕਿਸੇ ਵੀ ਕੋਲਡ ਡਰਿੰਕ ਦਾ ਜੂਸ ਆਦਿ ਦੇ ਵਿੱਚ ਪਾ ਕੇ ਵੀ ਦੇ ਦਿੱਤੇ ਜਾਂਦੇ ਹਨ। ਐਂਡ ਥੀਸ ਆਰ ਕਾਮਨ ਫॉर ਸੈਕਸ਼ੂਅਲ ਅਬਿਊਜ਼, ਜਿਹੜਾ ਹੈ ਡੇਟ ਰੇਪਸ ਐਂਡ ਇਹਨਾਂ ਚੀਜ਼ਾਂ ਦੇ ਵਿੱਚ ਇਹਨਾਂ ਡਰੱਗਸ ਦਾ ਰੋਲ ਆਉਂਦਾ ਹੈ। ਨਾਓ ਵਾਈ ਡੂ ਪੀਪਲ ਗੈਟ ਇਨਟੂ ਡਰੱਗ ਐਡਿਕਸ਼ਨ? ਇਸ ਆਪਾਂ ਹੁਣ ਇਹ ਹੋ ਗਏ ਕਿ ਇਹ ਨਸ਼ੇ ਹਨ। ਆਪਾਂ ਆਮ ਸੋਸਾਇਟੀ 'ਚ ਦੇਖਦੇ ਹਾਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਟੀਚਰਸ ਮੋਟੀਵੇਟ ਕਰਦੇ ਹਨ, ਡਾਕਟਰਸ ਜਾ ਕੇ ਸੈਮੀਨਾਰਸ ਲੈਂਦੇ ਹਨ, ਦੈਨ ਪੁਲਿਸ ਹੈ, ਪ੍ਰਸ਼ਾਸਨ ਹੈ, ਐਡਮਿਨਿਸਟ੍ਰੇਸ਼ਨ, ਸਾਰੇ ਬੱਚਿਆਂ ਨੂੰ ਮੋਟੀਵੇਟ ਕਰਦੇ ਹਨ ਕਿ ਨਸ਼ਿਆਂ ਤੋਂ ਬਚ ਕੇ ਰਹਿਣ। ਫਿਰ ਵੀ ਬਹੁਤ ਸਾਰਾ ਯੂਥ, ਕਈ ਬੱਚੇ ਵਿੱਚੋਂ ਉਸ ਗਲਤ ਰਸਤੇ ਤੇ ਕਿਉਂ ਚਲੇ ਜਾਂਦੇ ਹਨ? ਉਹਦਾ ਕਾਰਨ ਕੀ ਹੁੰਦਾ ਹੈ? ਇਟ ਇਜ਼ ਐਕਚੁਅਲੀ ਮਲਟੀਫੈਕਟੋਰੀਅਲ। ਉਹਦੇ ਕਈ ਸਾਰੇ ਕਾਰਨ ਹੁੰਦੇ ਹਨ। ਸਭ ਤੋਂ ਪਹਿਲਾ ਕਾਰਨ ਹੁੰਦਾ ਹੈ ਦੋਸਤ।
ਕੋਈ ਇਨਸਾਨ ਡਰਗ ਲੈ ਰਿਹਾ ਹੋਵੇ ਤਾਂ ਆਪਣੇ ਨਾਲ ਦੇ ਦੋਸਤਾਂ ਨੂੰ ਉਧਰ ਨੂੰ ਲੈ ਜਾਂਦਾ ਹੈ। ਐਕਚੁਅਲੀ ਇੱਥੇ ਮੈਂ ਇਹ ਕਹਿਣਾ ਚਾਹੂੰਗਾ, ਜੇ ਕੋਈ ਬੱਚੇ ਸੁਣ ਰਹੇ ਹੋਣ, ਜਿਹੜੇ ਯੂਥ ਨੂੰ ਸੁਣ ਰਹੇ ਹੋਣ, ਕਿ ਜਿਹੜਾ ਵੀ ਇਨਸਾਨ ਜੇ ਕੋਈ ਤੁਹਾਨੂੰ ਡਰਗ ਲੈਣ ਨੂੰ ਕਹਿੰਦਾ ਹੈ ਜਾਂ ਮੋਟੀਵੇਟ ਕਰਦਾ ਜਾਂ ਉਧਰ ਲਿਜਾਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਸਮਝ ਲਓ ਤੁਹਾਡਾ ਦੋਸਤ ਨਹੀਂ ਹੈ, ਉਹ ਇੱਕ ਦੋਸਤ ਦੀ ਸ਼ਕਲ 'ਚ ਦੁਸ਼ਮਣ ਹੈ। ਦੋਸਤ ਉਹ ਜਿਹੜਾ ਤੁਹਾਨੂੰ ਡਰਗ ਵੱਲ ਜਾਣ ਤੋਂ ਰੋਕੇ, ਜਿਹੜਾ ਤੁਹਾਨੂੰ ਗਲਤ ਪਾਸੇ ਜਾਣ ਤੋਂ ਮਨਾ ਕਰੇ, ਉਹ ਦੋਸਤ ਹੈ। ਜਿਹੜਾ ਤੁਹਾਨੂੰ ਖੁਦ ਇਸ ਤਰ੍ਹਾਂ ਦੇ ਇੱਕ ਸੀਰੀਅਸ ਜਿਹੜਾ ਹੈ ਐਸੇ ਰਸਤੇ ਤੇ ਲੈ ਜਾਵੇ ਜਿਹਦੇ ਨਾਲ ਤੁਹਾਡੀ ਸਾਰੀ ਜ਼ਿੰਦਗੀ ਜੀਵਨ ਨਸ਼ਟ ਹੋ ਸਕਦਾ ਹੈ, ਉਹ ਤੁਹਾਡਾ ਦੋਸਤ ਨਹੀਂ, ਉਹ ਤੁਹਾਡਾ ਦੁਸ਼ਮਣ ਹੈ। ਉਸ ਤੋਂ ਬਚ ਕੇ ਰਹੋ। ਸੈਕੰਡ ਇੰਪੋਰਟੈਂਟ ਪੁਆਇੰਟ, ਜਿਹੜਾ ਸਾਡੇ ਕੋਲ ਪੇਸ਼ੈਂਟਸ ਆਉਂਦੇ ਹਨ ਡਰਗ ਐਡਿਕਸ਼ਨ ਦੇ, ਉਹਨਾਂ ਜਦੋਂ ਪੁੱਛੀਦਾ ਵੀ ਪਹਿਲੀ ਵਾਰੀ ਕਿਉਂ ਸ਼ੁਰੂ ਕੀਤਾ ਸੀ, ਕੀ ਕਾਹਦੇ ਲਈ ਲਿਆ ਸੀ, ਤਾਂ ਦੋ ਹੀ ਕਾਰਨ ਕਾਮਨ ਹੁੰਦੇ ਹਨ। ਪਹਿਲਾ, ਜਿਸ ਤਰ੍ਹਾਂ ਦੱਸਿਆ, ਕਿਸੇ ਦੇ ਕਹਿਣ ਤੇ, ਦੋਸਤ ਮਿੱਤਰ ਦੇ, ਐਂਡ ਸੈਕੰਡ ਹੁੰਦਾ ਕਿਉਰਿਓਸਿਟੀ, ਵੀ ਮੈਂ ਸੋਚਿਆ ਜੀ ਡਾਕਟਰ ਸਾਹਿਬ ਇੱਕ ਵਾਰੀ ਲੈ ਕੇ ਦੇਖ ਲਈਏ, ਇੱਕ ਵਾਰੀ ਲੈਣ ਨਾਲ ਕੀ ਹੋਏਗਾ। ਤੋ ਇੱਕ ਵਾਰੀ ਲੈਣ ਦੀ ਜਿਹੜੀ ਕਿਉਰਿਓਸਿਟੀ ਹੈ, ਉਹ ਸਾਰਾ ਜੀਵਨ ਨੂੰ ਨਸ਼ਟ ਕਰ ਸਕਦੀ ਹੁੰਦੀ ਹੈ। ਇਸੇ ਤਰ੍ਹਾਂ ਪਰਿਵਾਰ 'ਚ ਕੋਈ ਲੈ ਰਿਹਾ ਹੋਵੇ, ਆਸ-ਪਾਸ ਨਸ਼ਾ ਵਿਕ ਰਿਹਾ ਹੋਵੇ, ਨੈਗੇਟਿਵ ਲਾਈਫ ਇਵੈਂਟਸ ਹੋ ਗਏ, ਈਜ਼ੀਲੀ ਅਵੇਲੇਬਲ ਹੋਣਾ, ਇਹ ਸਾਰੀਆਂ ਚੀਜ਼ਾਂ ਨਾਲ ਡਰਗ ਐਡਿਕਸ਼ਨ ਵੱਲ ਨੂੰ ਬੱਚੇ ਜ਼ਿਆਦਾ ਚਲੇ ਜਾਂਦੇ ਹਨ। ਐਕਚੁਅਲੀ ਜਿਹੜੇ ਨਸ਼ਾ ਵੇਚਣ ਵਾਲੇ ਹੁੰਦੇ ਹਨ, ਦੇ ਅਪਰੋਚ ਯੂ ਐਜ਼ ਅ ਫਰੈਂਡ, ਉਹ ਦੋਸਤ ਬਣ ਕੇ ਬੱਚਿਆਂ ਨੂੰ ਟਾਰਗੇਟ ਕਰਦੇ ਹਨ। ਉਹਨਾਂ ਨੂੰ ਕਹਿੰਦੇ ਹਨ, ਅਸੀਂ ਤੁਹਾਡੀ ਮਦਦ ਕਰਦੇ ਹਾਂ, ਤੈਨੂੰ ਪ੍ਰੋਬਲਮ ਹੈ, ਆਹ ਚੀਜ਼ ਖਾ ਕੇ ਦੇਖ ਲੈ, ਇਹਨੂੰ ਇੱਕ ਵਾਰੀ ਲੈ ਕੇ ਦੇਖ ਲੈ, ਇੱਕ ਵਾਰੀ ਲਏ ਤੇ ਕੁਝ ਨਹੀਂ ਹੋਣਾ, ਇਹਦੇ ਨਾਲ ਚੰਗਾ ਫੀਲ ਹੋਊਗਾ। ਇਸ ਤਰ੍ਹਾਂ ਦੇ ਬਹਾਨੇ ਲਗਾ ਕੇ ਸਟਾਰਟਿੰਗ ਦੇ ਵਿੱਚ ਇੱਕ ਵਾਰੀ, ਦੋ ਵਾਰੀ ਫ੍ਰੀ ਡਰਗ ਦਿੰਦੇ ਹਨ। ਜਦੋਂ ਬੱਚੇ ਨੂੰ ਜਾਂ ਉਸ ਪੇਸ਼ੈਂਟ ਨੂੰ ਉਹਦੀ ਆਦਤ ਹੋ ਜਾਂਦੀ ਹੈ, ਤੇ ਫਿਰ ਉਹਨਾਂ ਤੋਂ ਪੈਸੇ ਬਟੋਰਦੇ ਹਨ। ਸੋ ਇਵੈਂਚੁਅਲੀ ਜਿਹੜੇ ਡਰਗ ਪੈਡਲਰਸ ਹਨ, ਨਸ਼ਾ ਵੇਚਣ ਵਾਲੇ ਲੋਕ ਹਨ, ਉਹਨਾਂ ਦਾ ਟਾਰਗੇਟ ਸਿਰਫ ਤੁਹਾਡਾ ਪੈਸਾ ਹੁੰਦਾ ਹੈ। ਉਹ ਸਟਾਰਟਿੰਗ ਦੇ ਵਿੱਚ ਤੁਹਾਨੂੰ ਭਰਮਾਉਣ ਦੇ ਲਈ, ਤੁਹਾਨੂੰ ਯੂਜ਼ ਟੂ ਕਰਨ ਦੇ ਲਈ ਫ੍ਰੀ ਦਿੰਦੇ ਹਨ। ਉਸ ਤੋਂ ਬਾਅਦ ਤੁਹਾਡੇ ਤੋਂ ਤੁਹਾਡਾ ਸਾਰਾ ਪੈਸਾ ਟਾਰਗੇਟ ਕੀਤਾ ਜਾਂਦਾ ਹੈ। ਤੇ ਇਹ ਇੰਪੋਰਟੈਂਟ ਇੱਥੇ ਮੈਂ ਹਾਈਲਾਈਟ ਕਰਨਾ ਚਾਹਾਂਗਾ ਇਸ ਸਾਰੀ ਪ੍ਰੈਜੈਂਟੇਸ਼ਨ ਦੇ ਵਿੱਚੋਂ, ਕਿ ਜੇ ਮੈਂ ਇੱਕ ਸਿੰਗਲ ਇੰਪੋਰਟੈਂਟ ਪੁਆਇੰਟ ਕਹਿਣਾ ਹੋਵੇ ਤਾਂ ਉਹ ਇਹ ਹੋਏਗਾ ਕਿ ਇਸ ਤੋਂ ਬਚ ਕੇ ਰਹਿਣਾ। ਆਈ ਵਿਲ ਟਰਾਈ ਇਟ ਵਾਂਸ। ਇਸ ਸਲਾਈਡ ਦਾ ਭਾਵ ਹੈ ਕਿ ਇੱਕ ਵਾਰੀ ਲੈਣ ਦੀ ਜਿਹੜੀ ਗਲਤੀ ਹੈ, ਉਹ ਸਾਰਾ ਜੀਵਨ ਨਸ਼ਟ ਕਰ ਸਕਦੀ ਹੈ। ਸੋ ਯੰਗਸਟਰਸ ਨੂੰ, ਬੱਚਿਆਂ ਨੂੰ, ਟੀਨੇਜਰਸ ਨੂੰ ਸਭ ਤੋਂ ਜ਼ਰੂਰੀ ਹੈ ਇਸ ਚੀਜ਼ ਦਾ ਧਿਆਨ ਰੱਖਣਾ ਕਿ ਕਦੇ ਵੀ ਕਿਸੇ ਵੀ ਡਰਗ ਨੂੰ ਟਰਾਈ ਕਰਨ ਦੀ ਗਲਤੀ ਨਹੀਂ ਕਰਨੀ। ਜਿਹੜਾ ਹੈਰੋਇਨ, ਕੋਕੇਨ, ਖਾਸ ਕਰ ਇਸ ਤਰ੍ਹਾਂ ਦੇ ਨਸ਼ੇ ਹਨ, ਇਹ ਇੰਨੇ ਸਟਰੋਂਗ ਹੁੰਦੇ ਹਨ ਕਿ ਇਹਨਾਂ ਨੂੰ ਇੱਕ ਵਾਰੀ ਟਰਾਈ ਕਰਨ ਦੇ ਨਾਲ ਹੀ ਇਹ ਇਨਸਾਨ ਦੇ ਸਰੀਰ ਦੇ ਅੰਦਰ ਬਹੁਤ ਸਾਰੀਆਂ ਕੈਮੀਕਲ ਚੇਂਜਸ ਲੈ ਆਉਂਦੇ ਹਨ, ਜਿਹਦੇ ਨਾਲ ਗਾਂ ਤੋਂ ਸਰੀਰ ਖੁਦ ਹੀ ਨਸ਼ਾ ਮੰਗਣ ਲੱਗ ਪੈਂਦਾ ਹੈ। ਸੋ ਫਸਟ ਟਾਈਮ ਲਿਆ ਜਾਂਦਾ ਹੈ, ਲੈਣ ਦੇ ਨਾਲ ਬਾਰ-ਬਾਰ ਲੈਣ ਦੀ ਅੰਦਰੋਂ ਕ੍ਰੇਵਿੰਗ ਹੋਣ ਲੱਗ ਪੈਂਦੀ ਹੈ, ਤਲਬ ਉੱਠਣ ਲੱਗ ਪੈਂਦੀ ਹੈ। ਗ੍ਰੈਜੂਅਲੀ ਬਾਰ-ਬਾਰ ਲੈਣ ਨਾਲ ਸਰੀਰ ਉਹਨਾਂ ਦਾ ਯੂਜ਼ ਟੂ ਹੋ ਜਾਂਦਾ ਹੈ, ਜਿਹਨੂੰ ਮੈਡੀਕਲ 'ਚ ਟੋਲਰੈਂਸ ਜਾਂ ਡਿਪੈਂਡੈਂਸ ਕਿਹਾ ਜਾਂਦਾ ਹੈ, ਯਾਨੀ ਸਰੀਰ ਨੂੰ ਆਦਤ ਪੈ ਜਾਂਦੀ ਹੈ। ਤੇ ਇਵੈਂਚੁਅਲੀ ਐਂਡ ਆਫ ਰੋਡ ਸਾਰਾ ਜੀਵਨ, ਪਰਿਵਾਰ, ਕੰਮਕਾਜ, ਪੜ੍ਹਾਈ, ਕੈਰੀਅਰ, ਸਾਰਾ ਕੁਝ ਉਸੇ ਦੇ ਅਰਾਊਂਡ ਨਸ਼ਟ ਹੋ ਜਾਂਦਾ ਹੈ। ਸੋ ਇਹ ਸੀ ਡਰੱਗਸ ਕੀ ਹੁੰਦੇ ਹਨ, ਕਿਹੜੇ-ਕਿਹੜੇ ਹੁੰਦੇ ਹਨ, ਤੇ ਕਿਉਂ ਬੱਚੇ ਇਹਨਾਂ ਵੱਲ ਨੂੰ, ਇਹਨਾਂ ਦੇ ਗਲਤ ਰਾਸਤੇ ਤੇ ਚਲੇ ਜਾਂਦੇ ਹਨ। ਨੈਕਸਟ ਵੀਡੀਓ ਦੇ ਵਿੱਚ, ਇਸ ਤੋਂ ਬਾਅਦ ਜਿਹੜਾ ਅਪਲੋਡ ਕਰਾਂਗੇ, ਉਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਡਰੱਗਸ ਦੇ ਹਾਰਮ ਕੀ ਹਨ, ਉਹਨਾਂ ਦੇ ਲੈਣ ਵਾਲਿਆਂ ਦੇ ਉੱਤੇ ਕੀ ਨੁਕਸਾਨ ਹੁੰਦੇ ਹਨ, ਤੇ ਜੇ ਕੋਈ ਡਰੱਗਸ ਦੇ ਵਿੱਚ ਫਸਿਆ ਹੋਇਆ ਤਾਂ ਉਹਦੀ ਟ੍ਰੀਟਮੈਂਟ, ਇਲਾਜ ਜਾਂ ਉਹਦੀ ਮਦਦ ਕਿੱਦਾਂ ਕੀਤੀ ਜਾ ਸਕਦੀ ਹੈ। ਪਰ ਅੱਜ ਦੇ ਲਈ ਇੰਨਾ ਹੀ। ਥੈਂਕ ਯੂ ਸੋ ਮਚ। ਥੈਂਕਸ ਫॉर ਲਿਸਨਿੰਗ। ਧੰਨਵਾਦ।